ਸੰਤਾਂ ਅਤੇ ਵਿਦਵਾਨਾਂ ਦੇ ਗਿਆਨ ਭਰਪੂਰ ਵਚਨ ਸੁਣਨ ਦਾ ਮੌਕਾ ਦਿੱਤਾ। ਮੇਰਾ ਵਿਸ਼ਾ ਹੈ ਇਸਲਾਮ ਵਿੱਚ ਮਾਨਵ ਸੇਵਾ ਦਾ ਸੰਕਲਪ। ਮੈਂ ਸੰਖੇਪ ਰੂਪ ਵਿੱਚ ਤੁਹਾਡੇ ਸਾਹਮਣੇ ਪ੍ਰਸਤੁਤ ਕਰ ਦੇਣਾ। ਗੁਰਮਤ ਦੇ ਵਿਸ਼ੇ ਸੰਦਰਭ ਵਿੱਚ ਜੇਕਰ ਇਸਲਾਮ ਅਤੇ ਗੁਰਮਤ ਵਿੱਚ ਮਾਨਵ ਸੇਵਾ ਦੇ ਸੰਕਲਪ 'ਤੇ ਵਿਚਾਰ ਕੀਤਾ ਜਾਵੇ ਤਾਂ ਇਹ ਜ਼ਾਹਿਰ ਹੁੰਦਾ ਹੈ ਕਿ ਦੋਵਾਂ ਧਰਮਾਂ ਨੇ ਆਪਣੇ ਆਪਣੇ ਅੰਦਾਜ਼ ਵਿੱਚ ਮੁੱਖ ਤੌਰ 'ਤੇ ਮਾਨਵ ਸੇਵਾ 'ਤੇ ਬਲ ਦਿੱਤਾ ਹੈ। ਇਸਲਾਮ ਦੀ ਤੁਲਨਾ ਵਿੱਚ ਗੁਰਮਤ ਪਰੰਪਰਾ ਨਵੀਨ ਹੈ ਅਤੇ ਆਧੁਨਿਕ ਕਾਲ ਦੇ ਵੱਧ ਨੇੜੇ ਹੈ। ਇਹ ਭਾਰਤੀ ਸਮਾਜ ਦੀ ਮਨੋਵਰਤੀ ਨੂੰ ਮਾਨਵ ਸੇਵਾ ਲਈ ਨਾ ਕੇਵਲ ਪ੍ਰੇਰਿਤ ਕਰਦੀ ਰਹੀ ਹੈ, ਸਗੋਂ ਅਜਿਹੇ ਕਲਿਆਣਕਾਰੀ ਸਮਾਜ ਦੀ ਸਿਰਜਣਾ ਕਰਦੀ ਰਹੀ ਹੈ ਜਿਹੜਾ ਸਮਾਜਿਕ ਸਮਾਨਤਾ, ਸਦਭਾਵ ਅਤੇ ਮਾਨਵੀ ਪ੍ਰੇਮ ਜਿਹੇ ਨੈਤਿਕ ਮੁੱਲਾਂ ਨੂੰ ਧਰਮ ਦੀ ਅਸਲ ਰੂਹ ਕਰਾਰ ਦਿੰਦਾ ਹੈ, ਜਿਸ ਦਾ ਅਮਲ ਲੰਗਰ, ਸੰਗਤ ਅਤੇ ਪੰਗਤ 'ਤੇ ਆਧਾਰਿਤ ਹੁੰਦਾ ਹੈ, ਜਿਸ ਦੀ ਜਥੇਬੰਦੀ ਨੈਤਿਕ ਮੁੱਲਾਂ ਨੂੰ ਉਭਾਰਨ ਲਈ ਹੁੰਦੀ ਹੈ, ਜਿਸ ਦੀ ਹਥਿਆਰਬੰਦ ਤਾਕਤ ਮਜ਼ਲੂਮ ਅਤੇ ਮਜਬੂਰ ਦੇ ਸਹਿਯੋਗ ਲਈ ਉੱਠਦੀ ਹੈ। ਇਸ ਪਰੰਪਰਾ ਦਾ ਮੁੱਢ ਬਾਬਾ ਨਾਨਕ ਤੋਂ ਉਸ ਵੇਲੇ ਬੱਝਿਆ ਜਦ ਉਹਨਾਂ ਨੇ ਧਰਮ ਦੇ ਸੰਪਰਦਾਇਕ ਰੂਪ ਨੂੰ ਨਜ਼ਰ ਅੰਦਾਜ਼ ਕਰਕੇ ਮਾਨਵ ਅਤੇ ਉਸ ਦੀ ਸੇਵਾ ਨੂੰ ਧਰਮ ਦਾ ਅਸਲ ਮੂਲ ਕਰਾਰ ਦਿੱਤਾ। ਉਹਨਾਂ ਦਾ ਪੂਰਾ ਜੀਵਨ ਮਾਨਵ ਸੇਵਾ ਦੇ ਸੰਕਲਪ ਉੱਤੇ ਬਲ ਦਿੰਦਾ ਹੋਇਆ ਨਜ਼ਰ ਆਉਂਦਾ ਹੈ। ਮੈਂ ਗੁਰਬਾਣੀ ਦੀ ਕੁਝ ਤੁਕਾਂ ਤੁਹਾਡੇ ਸਾਹਮਣੇ ਪ੍ਰਸਤੁਤ ਕਰਾਂਗਾ, ਜਿਸ ਤੋਂ ਜ਼ਾਹਿਰ ਹੁੰਦਾ ਹੈ ਕਿ ਗੁਰਬਾਣੀ ਦਾ ਸੇਵਾ ਦਾ ਸੰਕਲਪ ਕੀ ਹੈ। ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੇਸਣ ਪਾਈਏ, ਕੋਹ ਨਾਨਕ ਬਾਂਹ ਲੁਡਾਈਏ। ਇੱਥੇ ਜਿਹੜਾ ਲਫ਼ਜ਼ ਬਾਂਹ ਲੁਡਾਈਏ, ਮੈਂ ਸਮਝਦਾ ਇਹ ਬਹੁਤ ਹੀ ਮਹੱਤਵਪੂਰਨ ਹੈ, ਜਿਸ ਤੋਂ ਜ਼ਾਹਿਰ ਹੁੰਦਾ ਹੈ ਕਿ ਸੇਵਾ ਜਿਹੜੀ ਹੈ ਉਹ ਇੰਨਾ ਮਹੱਤਵਪੂਰਨ ਹੈ ਕਿ ਇਹਦਾ ਐਲਾਨ ਕਰਨਾ ਚਾਹੀਦਾ ਹੈ, ਇਹਦੇ ਵਾਸਤੇ ਲੋਕਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕਿਉਂ ਹੋਤ ਪ੍ਰਾਪਤ ਸੁਆਮੀ। ਬਿਨ ਸੇਵਾ ਫਲ ਕਬੇ ਨ ਪਾਵਸ, ਸੇਵਾ ਕਰਨੀ ਸਾਰੀ। ਗੁਰੂ ਨਾਨਕ ਦੇਵ ਜੀ ਨੇ ਇਹ ਅੰਦਾਜ਼ ਮੁੱਢਲੇ ਕਾਲ ਵਿੱਚ ਹੀ ਗੁਰੂ ਨਾਨਕ ਦੇਵ ਜੀ ਦਾ ਇਹ ਅੰਦਾਜ਼ ਮੁੱਢਲੇ ਕਾਲ ਵਿੱਚ ਹੀ ਜ਼ਾਹਿਰ ਹੋਣ ਲੱਗ ਪਿਆ ਸੀ। ਬਾਪ ਦੀ ਇੱਛਾ ਸੀ ਕਿ ਉਹਨਾਂ ਦਾ ਪੁੱਤਰ ਕੋਈ ਵੱਡਾ ਕਾਰੋਬਾਰ ਕਰੇ, ਪਰ ਉਹ ਤਾਂ ਮਾਨਵ ਸੇਵਾ ਦੇ ਸੰਕਲਪ ਵਿੱਚ ਸਰਸਾਰ ਸਨ। ਬਾਪ ਵੱਲੋਂ ਦਿੱਤੀ ਗਈ ਸਾਰੀ ਰਕਮ ਦਾ ਸੰਤਾਂ ਵਿੱਚ ਲੰਗਰ ਵਰਤਾ ਦਿੱਤਾ। ਉਹਨਾਂ ਦਾ ਇਹ ਲੰਗਰ ਵਰਤਾਉਣਾ ਅੱਗੋਂ ਲਈ ਗੁਰਮਤ ਪਰੰਪਰਾ ਦਾ ਵਿਸ਼ੇਸ਼ ਅੰਗ ਬਣ ਗਿਆ। ਲੰਗਰ ਦੀ ਇਸ ਪਰੰਪਰਾ ਨੇ ਕਿੰਨੇ ਹੀ ਬੇਸਹਾਰਾ ਲੋਕਾਂ ਨੂੰ ਸਹਾਰਾ ਦਿੱਤਾ ਅਤੇ ਅੱਗੋਂ ਵੀ ਬੇਸਹਾਰਿਆਂ ਦਾ ਸਹਾਰਾ ਬਣਦੀ ਰਹੇਗੀ। ਲੰਗਰ ਦੀ ਇਸ ਪਰੰਪਰਾ ਨੇ ਕਿੰਨੇ ਹੀ ਭੁੱਖੇ ਲੋਕਾਂ ਦੇ ਪੇਟ ਦੀ ਆਗ ਬੁਝਾਈ ਅਤੇ ਅੱਗੋਂ ਵੀ ਬੁਝਾਉਂਦੀ ਰਹੇਗੀ। ਆਸਤਿਕ ਧਾਰਮਿਕ ਮਾਨਤਾਵਾਂ ਮੁਤਾਬਿਕ ਬੰਦਿਆਂ ਦਾ ਇਹ ਇੱਕ ਅਜਿਹਾ ਅਮਲ ਹੈ ਜਿਹੜਾ ਰੱਬ ਦੀਆਂ ਰਹਿਮਤਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ ਅਤੇ ਰੱਬ ਦੀ ਕਰੋਪੀ ਨੂੰ ਰੋਕਣ ਦਾ ਕਾਰਨ ਬਣਦਾ ਹੈ। ਬਾਬਾ ਨਾਨਕ ਦੀ ਨਜ਼ਰ ਹਮੇਸ਼ਾ ਰੱਬ ਦੀਆਂ ਬੇਅੰਤ ਰਹਿਮਤਾਂ 'ਤੇ ਹੁੰਦੀ ਸੀ। ਉਹਨਾਂ ਨੇ ਸੰਸਾਰ ਨੂੰ ਰੱਬੀ ਰਹਿਮਤਾਂ ਦੇ ਪ੍ਰਗਟ ਰੂਪ ਵਜੋਂ ਵੇਖਿਆ। ਉਹਨਾਂ ਦਾ ਇਹ ਦ੍ਰਿਸ਼ਟੀਕੋਣ ਉਸ ਸਮੇਂ ਜ਼ਾਹਿਰ ਹੁੰਦਾ ਹੈ ਜਦੋਂ ਉਹ ਮੋਦੀਖਾਨੇ ਵਿੱਚ ਕੰਮ ਕਰਦਿਆਂ 13 ਦੀ ਗਿਣਤੀ ਵਿੱਚੋਂ 13 ਦਾ ਭਾਵ ਰੱਬ ਦਾ ਕਹਿ ਕੇ ਰੱਬ ਵੱਲ ਸੁਰਤ ਲਾ ਲੈਂਦੇ ਹਨ ਅਤੇ ਸੰਸਾਰਿਕ ਲੋਕਾਂ ਦੀ ਨਜ਼ਰ ਵਿੱਚ ਗਿਣਤੀ ਭੁੱਲ ਗਏ ਸਨ। ਅਸਲ ਵਿੱਚ ਉਹ ਗਿਣਤੀ ਨਹੀਂ ਭੁੱਲੇ ਸਨ, ਸਗੋਂ ਇਸ ਅਮਲ ਰਾਹੀਂ ਗਿਣਤੀਆਂ ਤੋਂ ਪਾਰ ਲੰਘ ਕੇ ਇਹ ਸਬਕ ਦੇਣਾ ਚਾਹੁੰਦੇ ਸਨ ਕਿ ਰੱਬੀ ਰਹਿਮਤਾਂ ਅਤੇ ਬਰਕਤਾਂ ਨੂੰ ਦ੍ਰਿਸ਼ਟੀ ਰਾਹੀਂ ਨਹੀਂ, ਸਗੋਂ ਦੂਰ ਦ੍ਰਿਸ਼ਟੀ ਰਾਹੀਂ ਸਮਝਣ ਦੀ ਕੋਸ਼ਿਸ਼ ਕਰੋ। ਰੱਬ ਦੀਆਂ ਕਿਰਪਾਵਾਂ ਅਸੀਮ ਅਤੇ ਬੇਅੰਤ ਹਨ, ਉਹ ਗਿਣੀਆਂ ਨਹੀਂ ਜਾ ਸਕਦੀਆਂ ਹਨ। ਉਹ ਬੰਦਿਆਂ ਨੂੰ ਬਗੈਰ ਹਿਸਾਬ ਕਿਤਾਬ ਦੇ ਰਿਜ਼ਕ ਦਿੰਦਾ ਹੈ। ਮਾਨਵ ਸੇਵਾ ਦਾ ਅਜਿਹਾ ਸੰਕਲਪ ਵੀ 7ਵੀਂ ਸਦੀ ਦੇ ਮੁੱਢ ਵਿੱਚ ਕੁਰਾਨੀ ਇਲਹਾਮ ਰਾਹੀਂ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਪੈਗੰਬਰਾਨਾ ਅਗਵਾਈ ਵਿੱਚ ਦਿੱਤਾ ਗਿਆ। ਕੁਰਾਨ ਨੇ ਰੱਬ 'ਤੇ ਆਸਥਾ ਅਤੇ ਵਿਸ਼ਵਾਸ ਰੱਖਣ ਵਾਲੇ ਲੋਕਾਂ ਨੂੰ ਇੰਝ ਸੰਬੋਧਿਤ ਕੀਤਾ, ਤੁਸੀਂ ਉਹ ਕੌਮ ਹੋ ਜਿਸ ਨੂੰ ਲੋਕਾਂ ਦੀ ਸੇਵਾ ਲਈ ਉਭਾਰਿਆ ਗਿਆ ਹੈ। ਤੁਸੀਂ ਨੇਕੀ ਦਾ ਹੁਕਮ ਕਰਦੇ ਹੋ
ਅਤੇ ਬੁਰਾਈ ਤੋਂ ਰੋਕਦੇ ਹੋ। ਤੁਹਾਡਾ ਭਰੋਸਾ ਕੇਵਲ ਰੱਬ ਉੱਤੇ ਹੁੰਦਾ ਹੈ। ਚੈਪਟਰ 3 ਆਇਤ 111। ਉਕਤ ਆਇਤ ਤੋਂ ਜ਼ਾਹਿਰ ਹੈ ਕਿ ਮੁਸਲਮਾਨਾਂ ਦਾ ਵਜੂਦ ਹੀ ਮਾਨਵਤਾ ਦੀ ਸੇਵਾ ਹੈ। ਜੇਕਰ ਅਸੀਂ ਹਜ਼ਰਤ ਮੁਹੰਮਦ ਸੱਲੱਲਾਹੁ ਦੇ ਜ਼ਮਾਨੇ ਤੋਂ ਸ਼ੁਰੂ ਕਰਦੇ ਹਾਂ ਤਾਂ ਮੱਕੇ ਵਿੱਚ ਅਰਬਾਂ ਨੇ ਵੱਖ-ਵੱਖ ਕਬੀਲਿਆਂ ਦੀਆਂ ਵੱਖ-ਵੱਖ ਡਿਊਟੀਆਂ ਲਾਈਆਂ ਹੋਈਆਂ ਸਨ, ਜਿਹੜੇ ਹੱਜ ਵੇਲੇ ਬਾਹਰੋਂ ਆਏ ਹੋਏ ਹਾਜੀਆਂ ਦੀਆਂ ਵੱਖ-ਵੱਖ ਸੇਵਾਵਾਂ ਵਿੱਚ ਲੱਗ ਜਾਂਦੇ ਸਨ। ਕੋਈ ਕਬੀਲਾ ਪਾਣੀ ਦਾ ਪ੍ਰਬੰਧ ਕਰਦਾ, ਕੋਈ ਲੰਗਰ ਦਾ ਅਤੇ ਕੋਈ ਉਹਨਾਂ ਦੇ ਰਹਿਣ ਸਹਿਣ ਦੇ ਪ੍ਰਬੰਧ ਵਿੱਚ ਰੁੱਝ ਜਾਂਦਾ ਸੀ। ਪੈਗੰਬਰ ਹਜ਼ਰਤ ਮੁਹੰਮਦ ਨੇ ਅਰਬਾਂ ਦੀਆਂ ਅਜਿਹੀਆਂ ਖੂਬੀਆਂ ਨੂੰ ਵਧੇਰੇ ਹੁੰਗਾਰਾ ਦਿੱਤਾ। ਪੈਗੰਬਰ ਬਣਨ ਤੋਂ ਪਹਿਲਾਂ ਆਪਣੇ ਯੁਵਾ ਕਾਲ ਵਿੱਚ ਹੀ ਉਹਨਾਂ ਨੇ ਨੌਜਵਾਨਾਂ ਦਾ ਇੱਕ ਸੰਗਠਨ ਹਲਫੁਲ ਫਜ਼ੂਲ ਦੇ ਨਾਂ ਨਾਲ ਕਾਇਮ ਕੀਤਾ, ਜਿਸ ਦਾ ਉਦੇਸ਼ ਅਤਿਆਚਾਰਾਂ ਨੂੰ ਰੋਕਣਾ ਸੀ ਅਤੇ ਬੇਸਹਾਰਾ ਲੋਕਾਂ ਨੂੰ ਸਹਾਰਾ ਦੇਣਾ ਸੀ। ਉਹ ਬਚਪਨ ਵਿੱਚ ਹੀ ਅਮੀਨ ਪਾਓ ਅਮਾਨਤਦਾਰ ਅਤੇ ਸਿੱਦੀਕ ਪਾਓ ਸੱਚਾ ਅਤੇ ਸੇਵਾ ਪ੍ਰਤੀ ਸਮਰਪਿਤ ਬੰਦੇ ਦੇ ਤੌਰ 'ਤੇ ਮਸ਼ਹੂਰ ਹੋ ਗਏ ਸਨ। ਉਹਨਾਂ ਨੇ ਇੱਕ ਈਸ਼ਵਰਵਾਦੀ ਸੰਕਲਪ ਉਭਾਰਨ ਦੇ ਨਾਲ ਇਨਸਾਨੀਅਤ ਦੀ ਏਕਤਾ ਦੇ ਭਾਵ ਨੂੰ ਅਮਲੀ ਰੂਪ ਦਿੱਤਾ। ਦਾਨ ਦੇਣ ਨੂੰ ਇਸਲਾਮ ਦੇ 5 ਥੰਬਾਂ ਵਿੱਚੋਂ ਇੱਕ ਵਿਸ਼ੇਸ਼ ਥੰਬ ਕਰਾਰ ਦਿੱਤਾ। ਚਲ ਅਤੇ ਅਚਲ ਸੰਪत्ति ਵਿੱਚੋਂ ਦਾਨ ਦੇਣ ਲਈ ਕਿਹਾ। ਖੇਤੀ ਦੀ ਫਸਲ ਵਿੱਚੋਂ ਦਸਵੰਧ ਦੇਣ ਦਾ ਹੁਕਮ ਦਿੱਤਾ। ਜਦੋਂ ਇੱਕ ਵਿਅਕਤੀ ਨੇ ਉਹਨਾਂ ਨੂੰ ਪੁੱਛਿਆ ਕਿ ਰੱਬ ਦੀ ਰਜ਼ਾ ਲਈ ਕਿੰਨਾ ਦਾਨ ਦੇਣਾ ਚਾਹੀਦਾ ਹੈ ਤਾਂ ਜਵਾਬ ਵਿੱਚ ਆਪ ਨੇ ਬੜੀ ਨਿਮਰਤਾ ਨਾਲ ਉੱਤਰ ਦਿੱਤਾ ਕਿ ਜਿਹੜਾ ਵੀ ਤੇਰੇ ਕੋਲ ਜ਼ਰੂਰਤ ਤੋਂ ਵੱਧ ਹੈ ਉਹ ਸਭ ਕੁਝ ਰੱਬ ਦੀ ਰਜ਼ਾ ਲਈ ਦਿੱਤਾ ਜਾ ਸਕਦਾ ਹੈ। ਚੈਪਟਰ 2 ਆਇਤ 215। ਜਦ ਮੱਕੇ ਦੇ ਲੋਕਾਂ ਨੇ ਉਹਨਾਂ ਦੇ ਇੱਕ ਈਸ਼ਵਰਵਾਦੀ ਅਤੇ ਸਮਾਜਿਕ ਬਰਾਬਰੀ ਦੇ ਸਿਧਾਂਤਾਂ ਨੂੰ ਆਮ ਤੌਰ 'ਤੇ ਨਕਾਰ ਦਿੱਤਾ ਅਤੇ ਉਹਨਾਂ 'ਤੇ ਅੱਤ ਦਰਜੇ ਦੇ ਅਤਿਆਚਾਰ ਕੀਤੇ, ਤਾਂ ਵੀ ਉਹ ਦੁਸ਼ਮਣਾਂ ਨਾਲ ਭਲਾਈ ਦਾ ਵਰਤਾਓ ਕਰਦੇ ਰਹੇ ਅਤੇ ਇਨਸਾਨੀ ਸੇਵਾ ਵਿੱਚ ਰੁੱਝੇ ਰਹੇ। ਗਰੀਬਾਂ, ਮੁਹਤਾਜਾਂ ਅਤੇ ਬਿਮਾਰਾਂ ਦਾ ਖਿਆਲ ਰੱਖਦੇ ਸਨ। ਇਹਨਾਂ ਦਿਨਾਂ ਦੀ ਹੀ ਗੱਲ ਹੈ ਕਿ ਇੱਕ ਬੁੱਢੀ ਔਰਤ ਚੌਰਾਹੇ ਵਿੱਚ ਕਿਸੇ ਮਜ਼ਦੂਰ ਦੀ ਤਲਾਸ਼ ਵਿੱਚ ਖੜੀ ਸੀ। ਰੱਬ ਦੀ ਕੁਦਰਤ ਸੀ ਕਿ ਹਜ਼ਰਤ ਮੁਹੰਮਦ ਉਧਰੋਂ ਲੰਘੇ। ਉਹਨਾਂ ਨੇ ਉਸ ਬੁੱਢੀ ਔਰਤ ਦਾ ਹਾਲ ਪੁੱਛਿਆ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਉਸ ਨੂੰ ਆਪਣਾ ਸਾਮਾਨ ਚੁੱਕਣ ਲਈ ਕਿਸੇ ਮਜ਼ਦੂਰ ਦੀ ਲੋੜ ਹੈ। ਇਹ ਜਾਣਨ ਉਪਰੰਤ ਪੈਗੰਬਰ ਨੇ ਉਹਨਾਂ ਦਾ ਸਾਮਾਨ ਚੁੱਕਿਆ ਅਤੇ ਉਹਨਾਂ ਦੇ ਪਿੱਛੇ ਤੁਰਨ ਲੱਗੇ। ਰਸਤੇ ਵਿੱਚ ਉਸ ਬੁੱਢੀ ਔਰਤ ਨੇ ਆਪ ਨੂੰ ਸਮਝਾਉਣਾ ਸ਼ੁਰੂ ਕੀਤਾ ਕਿ ਇਸ ਸ਼ਹਿਰ ਮੱਕਾ ਵਿੱਚ ਮੁਹੰਮਦ ਨਾਂ ਦਾ ਇੱਕ ਅਜਿਹਾ ਵਿਅਕਤੀ ਹੈ ਜਿਸ ਨੇ ਸ਼ਹਿਰ ਵਿੱਚ ਅਸ਼ਾਂਤੀ ਫੈਲਾ ਦਿੱਤੀ ਹੈ। ਇਸ ਲਈ ਮੈਂ ਇਸ ਸ਼ਹਿਰ ਨੂੰ ਛੱਡ ਕੇ ਜਾ ਰਹੀ ਹਾਂ। ਤੂੰ ਮੈਨੂੰ ਇੱਕ ਸ਼ਰੀਫ ਇਨਸਾਨ ਜਾਪਦਾ ਹੈ, ਤੂੰ ਇਸ ਤੋਂ ਬਚ ਕੇ ਰਹੀ। ਆਪ ਨੇ ਉਸ ਬੀਵੀ ਦੀ ਇਸ ਗੱਲ ਦਾ ਵਿਰੋਧ ਨਾ ਕੀਤਾ, ਸਗੋਂ ਹਰ ਗੱਲ ਦਾ ਨਿਮਰਤਾ ਸਹਿਤ ਉੱਤਰ ਦਿੰਦੇ ਰਹੇ। ਟਿਕਾਣੇ ਪੁੱਜਣ ਉਪਰੰਤ ਉਸਨੇ ਆਪ ਨੂੰ ਮਜ਼ਦੂਰੀ ਦੇਣੀ ਚਾਹੀ। ਆਪ ਨੇ ਮਨਾ ਕਰ ਦਿੱਤਾ ਤਾਂ ਉਸਨੇ ਆਪ ਦਾ ਨਾਂ ਪੁੱਛਿਆ। ਆਪ ਨੇ ਬੜੀ ਹਲੀਮੀ ਨਾਲ ਕਿਹਾ ਕਿ ਅੰਮਾ ਮੈਂ ਹੀ ਮੁਹੰਮਦ ਹਾਂ। ਇਹ ਸੁਣ ਕੇ ਉਹ ਬਹੁਤ ਹੈਰਾਨ ਹੋਈ ਅਤੇ ਉਸੇ ਵੇਲੇ ਆਪ ਦੀ ਅਨੁਯਾਈ ਬਣ ਗਈ। ਹਜ਼ਰਤ ਮੁਹੰਮਦ ਨੇ ਆਪਣੇ ਅਨੁਯਾਈਆਂ ਨੂੰ ਇਸ ਤਰ੍ਹਾਂ ਦੇ ਕਿਰਦਾਰ ਦਾ ਮਾਲਿਕ ਬਣਾਇਆ ਸੀ। ਇਸਲਾਮ ਦਾ ਤੇਜ਼ੀ ਨਾਲ ਫੈਲਣਾ ਇਹੀ ਕਾਰਨ ਹੈ, ਇਹਦਾ ਅਹਿਮ ਕਾਰਨ ਰਹਾ ਹੈ। ਮੱਕੇ ਤੋਂ ਮਦੀਨਾ ਹਿਜਰਤ ਕਰਨ ਉਪਰੰਤ ਉਹ ਇੱਕ ਹੁਕਮਰਾਨ ਵਜੋਂ ਉਭਰੇ। ਉਹਨਾਂ ਨੇ ਹਕੂਮਤ ਦਾ ਮਕਸਦ ਸੁਰੱਖਿਆ, ਸ਼ਾਂਤੀ ਅਤੇ ਮਾਨਵਤਾ ਦੀ ਭਲਾਈ ਕਰਾਰ ਦਿੱਤਾ। ਉਹਨਾਂ ਨੇ ਕਿਹਾ, ਬੰਦਿਆਂ ਉੱਤੇ ਬੰਦਿਆਂ ਨੂੰ ਹੁਕੂਮਤ ਕਰਨ ਦਾ ਕੋਈ ਹੱਕ ਨਹੀਂ ਹੈ। ਕੇਵਲ ਰੱਬ ਹੀ ਸੱਚਾ ਪਾਤਸ਼ਾਹ ਹੈ। ਉਸ ਦਾ ਹੁਕਮ ਹੀ ਪਾਬੰਦੀ ਸਭ ਲਈ ਜ਼ਰੂਰੀ ਹੈ। ਇਨਸਾਨੀ ਹੁਕਮਰਾਨ ਰੱਬ ਦੇ ਖਲੀਫੇ ਵਜੋਂ ਕੰਮ ਕਰਦਾ ਹੈ। ਉਸ ਦੀ ਹੈਸੀਅਤ ਇੱਕ ਨਿਗਰਾਨ ਦੀ ਹੁੰਦੀ ਹੈ। ਉਹ ਆਪਣੇ ਅਤੇ ਦੂਜਿਆਂ 'ਤੇ ਰੱਬ ਦੇ ਹੁਕਮਾਂ ਦੀ ਪਾਬੰਦੀ ਕਰਾਉਣ ਲਈ ਜਮਹੂਰੀਅਤ ਦੀ ਰਾਏ ਅਨੁਸਾਰ ਨਿਯੁਕਤ ਕੀਤਾ ਜਾਵੇਗਾ। ਰਾਜ ਦਾ ਖਜ਼ਾਨਾ ਲੋਕਾਂ ਦੀ ਸੇਵਾ ਅਤੇ ਸੁਰੱਖਿਆ ਲਈ ਵਰਤਿਆ ਜਾਵੇਗਾ। ਲੋਕ ਆਪਣੇ ਵਿਸ਼ਵਾਸ ਅਤੇ ਧਾਰਮਿਕ ਸ਼ਰਧਾ ਦੇ ਸੰਬੰਧ ਵਿੱਚ ਆਜ਼ਾਦ ਹਨ। ਅੱਲਾਮਾ ਇਕਬਾਲ ਨੇ ਇਸੇ ਸੰਬੰਧ ਵਿੱਚ ਕਿਹਾ ਹੈ, इससे बढ़कर और क्या फ़िक्र अमल का इनकलाब, इससे बढ़कर और क्या फ़िक्र अमल का इनकलाब, बादशाहों की नहीं अल्लाह की है ये ज़मीन। तलवार ਦਾ ਇਸਤੇਮਾਲ ਵੀ ਮਾਨਵ ਸੇਵਾ ਲਈ ਕੀਤਾ, ਅਤਿਆਚਾਰਾਂ ਨੂੰ ਰੋਕਣ ਲਈ ਵਸੀਲਾ ਬਣਾਇਆ। ਜੰਗ ਦੇ ਸੰਬੰਧ ਵਿੱਚ ਦੱਸਿਆ ਕਿ ਸ਼ਰਨ ਲੈਣ ਆਏ ਨੂੰ ਸੁਰੱਖਿਆ ਦਿੱਤੀ ਜਾਵੇ। ਔਰਤਾਂ, ਬੱਚਿਆਂ, ਨਿਹੱਥੇ, ਬਿਮਾਰ ਅਤੇ ਅਪਾਹਿਜਾਂ ਨੂੰ ਨਾ ਮਾਰਿਆ ਜਾਵੇ। ਜਾਨਵਰ ਨਾ ਮਾਰੇ ਜਾਣ ਅਤੇ ਦਰਖਤ ਨਾ ਕੱਟੇ ਜਾਣ। ਜੰਗ ਵਿੱਚ ਲੁੱਟਿਆ ਦੁਸ਼ਮਣ ਦਾ ਮਾਲ ਦਾ ਇੱਕ ਹਿੱਸਾ ਚੈਰਿਟੀ ਲਈ ਵਰਤਿਆ ਜਾਵੇ। ਉਹਨਾਂ ਨੇ ਕਿਹਾ, ਬਿਨਾਂ ਕਿਸੇ ਵਿਸ਼ੇਸ਼ ਕਾਰਨ ਦਰਖਤਾਂ ਨੂੰ ਵੱਢਣਾ ਇਨਸਾਨ ਵੱਢਣ ਦੇ ਬਰਾਬਰ ਹੈ। ਬਿਨਾਂ ਕਿਸੇ ਕਾਰਨ ਕਿਸੇ ਇਨਸਾਨ ਦਾ ਕਤਲ ਕਰਨਾ ਪੂਰੀ ਇਨਸਾਨੀਅਤ ਦਾ ਕਤਲ ਕਰਨ ਦੇ ਬਰਾਬਰ ਹੈ।
ਔਰਤ ਅਤੇ ਮਰਦਾਂ ਨੂੰ ਹੱਕਾਂ ਦੇ ਸੰਬੰਧ ਵਿੱਚ सम्मान ਅਤੇ ਸਮਾਨਤਾ ਦਾ ਦਰਜਾ ਦਿੱਤਾ। ਸਿੱਖਿਆ ਪ੍ਰਾਪਤ ਕਰਨ ਲਈ ਇਸਤਰੀ ਅਤੇ ਮਰਦ ਦੋਵਾਂ ਲਈ ਜ਼ਰੂਰੀ ਕਰਾਰ ਦਿੱਤਾ। ਮਾਂ ਦੇ ਪੈਰਾਂ ਹੇਠ ਜੰਨਤ ਕਹਿ ਕੇ ਔਰਤ ਨੂੰ ਇੱਜ਼ਤ ਬਖਸ਼ੀ। ਮਜ਼ਦੂਰ ਦੀ ਮਜ਼ਦੂਰੀ ਉਸ ਦੇ ਪਸੀਨਾ ਸੁੱਕਣ ਤੋਂ ਪਹਿਲਾਂ ਅਦਾ ਕਰਨ ਲਈ ਨਸੀਹਤ ਕੀਤੀ। ਗੁਲਾਮਾਂ ਨੂੰ ਆਜ਼ਾਦ ਕਰਨਾ ਬਹੁਤ ਵੱਡੀ ਨੇਕੀ ਕਰਾਰ ਦਿੱਤੀ। ਊਚ ਨੀਚ ਅਤੇ ਰੰਗ ਦੇ ਆਧਾਰਿਤ ਭੇਦਭਾਵ ਨੂੰ ਖਤਮ ਕਰਕੇ ਉੱਚ ਸਿੱਖਿਆ ਅਤੇ ਸ਼ੁਭ ਅਮਲਾਂ ਨੂੰ श्रेष्ठता ਅਤੇ ਵਡਿਆਈ ਦਾ ਕਾਰਨ ਦੱਸਿਆ। ਮੱਕਾ ਜਿੱਤਣ ਉਪਰੰਤ ਉਹਨਾਂ ਲੋਕਾਂ ਲਈ ਜਿਨ੍ਹਾਂ ਨੇ ਹੁਣ ਤੱਕ ਅੱਤ ਦਰਜੇ ਦੇ ਅਤਿਆਚਾਰ ਕੀਤੇ ਸਨ ਆਮ ਮੁਆਫੀ ਦਾ ਐਲਾਨ ਕੀਤਾ। ਕਾਬੇ ਵਿੱਚ ਸਭ ਤੋਂ ਪਹਿਲੀ ਅਜ਼ਾਨ ਦੇਣ ਲਈ ਹਜ਼ਰਤ ਬਿਲਾਲ ਹਬਸੀ ਜੋ ਕਿ ਇੱਕ ਕਾਲੇ ਗੁਲਾਮ ਸਨ ਨੂੰ ਕਾਬੇ ਦੀ ਪਵਿੱਤਰ ਛੱਤ ਉੱਪਰ ਚੜ੍ਹ ਕੇ ਅਜ਼ਾਨ ਦੇਣ ਦਾ ਅਵਸਰ ਪ੍ਰਦਾਨ ਕਰਕੇ ਵੱਡਾ ਮਾਣ ਬਖਸ਼ਿਆ। ਆਪਣੇ ਆਜ਼ਾਦ ਕੀਤੇ ਹੋਏ ਗੁਲਾਮ ਹਜ਼ਰਤ ਜ਼ੈਦ ਬਿਨ ਹਾਰਿਸ ਅਤੇ ਉਸਦੇ ਪੁੱਤਰ ਨੂੰ ਫੌਜਾਂ ਦਾ ਕਮਾਂਡਰ ਅਤੇ ਚੀਫ ਆਫ ਆਰਮੀ ਬਣਾਇਆ। ਮਾਨਵ ਸੇਵਾ ਦਾ ਇਸ ਤੋਂ ਉੱਚਾ ਸੰਕਲਪ ਕੀ ਹੋਵੇਗਾ ਜਿਸ ਵਿੱਚ ਦੱਸਿਆ ਗਿਆ ਹੈ ਕਿ ਰੱਬ ਤੋਂ ਬਾਅਦ ਸਭ ਤੋਂ ਉੱਚਾ ਦਰਜਾ ਇਨਸਾਨ ਦਾ ਹੈ। ਸਾਰੀ ਮਖਲੂਕ ਰੱਬ ਦਾ ਪਰਿਵਾਰ ਹੈ। ਰੱਬ ਉਸ ਬੰਦੇ ਤੋਂ ਸਭ ਤੋਂ ਵੱਧ ਖੁਸ਼ ਹੁੰਦਾ ਹੈ ਜਿਹੜਾ ਉਸ ਦੀ ਮਖਲੂਕ ਨਾਲ ਸਭ ਤੋਂ ਚੰਗਾ ਵਰਤਾਓ ਕਰਦਾ ਹੈ। ਬੁਖਾਰੀ ਸ਼ਰੀਫ। ਇਸਲਾਮ ਵਿੱਚ ਦੋ ਸ਼ਬਦ ਹੁਕੂਕੁल्लाह ਭਾਵ ਰੱਬ ਦੇ ਹੱਕ ਅਤੇ ਹੁਕੂਕੁਲ ਇਬਾਦ ਭਾਵ ਬੰਦਿਆਂ ਦੇ ਹੱਕ ਇਸਤੇਮਾਲ ਹੋਏ ਹਨ। ਰੱਬ ਦਾ ਹੱਕ ਇਹ ਕਿ ਇਸ ਬਾਰੇ ਤਫਸੀਲ ਨਾਲ ਪ੍ਰੋਫੈਸਰ ਅਬਦੁਲ ਅਲੀ ਸਾਹਿਬ ਜ਼ਿਕਰ ਕਰ ਚੁੱਕੇ। ਮੈਂ ਇਹ ਛੋੜ ਦੇਣਾ ਇੱਥੇ। ਇਸ ਸੰਬੰਧ ਵਿੱਚ ਇੱਕ ਬਹੁਤ ਖੂਬਸੂਰਤ ਗੱਲ ਕਿਸੇ ਨੇ ਕਹੀ ਕਿ ਆਪਣੇ ਲਈ ਵੀ ਖਾਣਾ ਪੀਣੇ ਦਾ ਆਪਣੇ ਲਈ ਪ੍ਰਬੰਧ ਕਰਨ ਤੋਂ ਇਲਾਵਾ ਦੂਜਿਆਂ ਲਈ ਵੀ ਪ੍ਰਬੰਧ ਕਰਨਾ ਜ਼ਰੂਰੀ ਹੈ ਹੋਇਆ ਹੈ। ਫਿਰ ਵੀ ਮਿਸਾਲ ਵਜੋਂ ਕੁਝ ਆਇਤਾਂ ਅਤੇ ਹਦੀਸਾਂ ਦਾ ਜ਼ਿਕਰ ਕੀਤਾ ਜਾਂਦਾ ਹੈ। ਇੱਕ ਆਇਤ ਹੈ ਕੁਰਾਨ ਸ਼ਰੀਫ ਦੀ, ਉਹ ਲੋਕ ਨੇਕ ਹਨ ਜਿਹੜੇ ਆਪਣਾ ਧਨ ਅਮੀਰੀ ਵਿੱਚ ਵੀ ਖਰਚ ਕਰਦੇ ਹਨ ਅਤੇ ਗਰੀਬੀ ਵਿੱਚ ਵੀ। ਇਹ ਉਹ ਲੋਕ ਹਨ ਜਿਹੜੇ ਆਪਣੀਆਂ ਵਾਸਨਾਵਾਂ ਅਤੇ ਗੁੱਸੇ ਆਦਿ ਨੂੰ ਨਿਯੰਤਰਿਤ ਰੱਖਦੇ ਹਨ, ਲੋਕਾਂ ਨੂੰ ਮੁਆਫ ਕਰਦੇ ਹਨ ਅਤੇ ਰੱਬ ਦੀ ਰਜ਼ਾ ਲਈ ਭਲੇ ਕੰਮ ਕਰਦੇ ਹਨ। ਅੱਲਾ ਉਹਨਾਂ 'ਤੇ ਰਹਿਮ ਨਹੀਂ ਕਰਦਾ ਜਿਹੜੇ ਉਸਦੇ ਬੰਦਿਆਂ 'ਤੇ ਰਹਿਮ ਨਹੀਂ ਕਰਦੇ। ਮੁਸਲਿਮ ਸ਼ਰੀਫ। ਪੈਗੰਬਰ ਨੂੰ ਆਖਿਆ ਗਿਆ, ਇਹ ਪੈਗੰਬਰ ਤੁਹਾਨੂੰ ਅਸੀਂ ਲੋਕਾਂ ਦੀ ਸੇਵਾ ਲਈ ਦਇਆਵਾਨ ਬਣਾ ਕੇ ਭੇਜਿਆ ਹੈ। ਜੇਕਰ ਕੋਈ ਬੰਦਾ ਇੱਕ ਦਰਖਤ ਜ਼ਮੀਨ ਵਿੱਚ ਲਾਉਂਦਾ ਹੈ, ਉਸ ਦੇ ਫਲਾਂ ਨੂੰ ਪੰਛੀ, ਜਾਨਵਰ ਅਤੇ ਇਨਸਾਨ ਖਾਂਦੇ ਹਨ, ਇਹ ਉਸ ਵੱਲੋਂ ਸੇਵਾ ਦਾ ਕੰਮ ਕਬੂਲ ਕੀਤਾ ਜਾਂਦਾ ਹੈ। ਬੁਖਾਰੀ ਸ਼ਰੀਫ। ਹਦੀਸ ਵਿੱਚ ਵਰਣਨ ਆਉਂਦਾ ਹੈ ਕਿ ਕਿਆਮਤ ਦੇ ਦਿਨ ਅੱਲਾ ਬੰਦੇ ਨੂੰ ਪੁੱਛੇਗਾ ਕਿ ਇਹ ਆਦਮ ਦੇ ਪੁੱਤਰ, ਮੈਂ ਭੁੱਖਾ ਸੀ, ਤੂੰ ਮੈਨੂੰ ਖਾਣਾ ਕਿਉਂ ਨਹੀਂ ਦਿੱਤਾ? ਮੈਂ ਪਿਆਸਾ ਸੀ, ਤੁਸੀਂ ਮੈਨੂੰ ਪਾਣੀ ਨਹੀਂ ਦਿੱਤਾ? ਮੈਂ ਬਿਮਾਰ ਸੀ, ਤੁਸੀਂ ਮੇਰਾ ਹਾਲ ਨਾ ਪੁੱਛਿਆ? ਮੈਂ ਨੰਗਾ ਸੀ, ਤੁਸੀਂ ਮੈਨੂੰ ਕੱਪੜੇ ਨਹੀਂ ਪਹਿਨਾਏ? ਬੰਦਾ ਉੱਤਰ ਦੇਵੇਗਾ, ਇਹ ਸੱਚੇ ਪਾਤਸ਼ਾਹ, ਤੁਸੀਂ ਤਾਂ ਖੁਦ ਦਾਤਾ ਹੋ, ਤੁਹਾਨੂੰ ਇਹਨਾਂ ਚੀਜ਼ਾਂ ਦੀ ਕੀ ਲੋੜ ਹੈ? ਰੱਬ ਮੁੜ ਆਖੇਗਾ, ਮੇਰਾ ਫਲਾਂ ਬੰਦਾ ਭੁੱਖਾ ਸੀ, ਤੁਹਾਡੇ ਵਿੱਚ ਉਸ ਨੂੰ ਖਾਣਾ ਦੇਣ ਦੀ ਸਮਰੱਥਾ ਸੀ, ਫਿਰ ਵੀ ਤੁਸੀਂ ਉਸ ਨੂੰ ਖਾਣਾ ਨਹੀਂ ਦਿੱਤਾ। ਮੇਰਾ ਫਲਾਂ ਬੰਦਾ ਨੰਗਾ ਸੀ, ਤੁਸੀਂ ਉਸ ਨੂੰ ਕੱਪੜੇ ਨਹੀਂ ਦਿੱਤੇ। ਮੇਰਾ ਫਲਾਂ ਬੰਦਾ ਬਿਮਾਰ ਸੀ, ਤੁਸੀਂ ਉਸ ਦਾ ਹਾਲ ਨਾ ਪੁੱਛਿਆ। ਮੁਸਲਿਮ ਸ਼ਰੀਫ। ਪੈਗੰਬਰ ਸਾਹਿਬ ਨੇ ਇੱਕ ਵਾਰ ਆਪਣੇ ਅਨੁਯਾਈਆਂ, ਇਹ ਮੈਂ ਛੱਡ ਦੇਣਾ, ਇੱਥੇ ਮੈਂ ਕਨਕਲੂਡ ਕਰਤਾ। ਉਕਤ ਹਦੀਸ ਤੋਂ ਜ਼ਾਹਿਰ ਹੁੰਦਾ ਹੈ ਕਿ ਬੰਦਿਆਂ ਦੀ ਸੇਵਾ ਅਸਲ ਵਿੱਚ ਰੱਬ ਦੀ ਸੇਵਾ ਹੈ। ਇਸੇ ਗੱਲ ਨੂੰ ਕੁਰਾਨ ਵਿੱਚ ਕਰਜ਼ੇ ਹਸਨਾ ਕਿਹਾ ਗਿਆ ਹੈ, ਜਿਸ ਦੇ ਬਾਰੇ में प्रोफेसर अब्दुल अली ਜ਼ਿਕਰ ਕਰ ਚੁੱਕੇ ਹਨ। ਕੁਰਾਨ ਅੱਲਾ ਦਾ ਪੈਗਾਮ ਹੈ ਜਿਸ ਦਾ ਉਦੇਸ਼ ਮਾਨਵ ਕਲਿਆਣ ਹੈ। ਇਸ ਵਿੱਚ ਰੱਬ ਦਾ ਸੰਕਲਪ ਵੀ ਕਲਿਆਣਕਾਰੀ ਹੈ ਅਤੇ ਪੈਗੰਬਰ ਦਾ ਵੀ। ਰੱਬ ਰੱਬੁਲ ਆਲਮੀਨ ਹੈ, ਭਾਵ ਸਾਰੇ ਜਹਾਨ ਦਾ ਪਾਲਕ ਅਤੇ ਪੋਸ਼ਕ ਹੈ, ਅਤੇ ਪੈਗੰਬਰ ਹਜ਼ਰਤ ਮੁਹੰਮਦ ਰਹਿਮਤੁਲ ਲਿਲ ਆਲਮੀਨ ਹੈ, ਭਾਵ ਪੂਰੀ ਇਨਸਾਨੀਅਤ ਲਈ ਰਹਿਮਤ ਅਤੇ ਸ਼ਾਂਤੀ ਦਾ ਪ੍ਰਤੀਕ। ਉਹ ਖੁਦ ਇੱਕ ਯਤੀਮ ਪੈਦਾ ਹੋਏ। ਦੁਨੀਆ ਵਿੱਚ ਯਤੀਮ ਖਾਨੀਆਂ ਅਤੇ ਚੈਰੀਟੇਬਲ ਟਰਸਟਾਂ ਦਾ ਬਣਨਾ ਉਹਨਾਂ ਦੀ ਸਿੱਖਿਆਵਾਂ ਉਪਰੰਤ ਨਜ਼ਰ ਆਉਂਦਾ ਹੈ। ਉਹਨਾਂ ਨੇ ਸਮਾਜ ਵਿੱਚ ਔਰਤਾਂ ਦੀ ਇੱਜ਼ਤ ਅਤੇ ਸੁਰੱਖਿਆ ਨੂੰ ਬਹਾਲ ਕੀਤਾ, ਤਾਲੀਮ ਨੂੰ ਆਵਾਮ ਤੱਕ ਪਹੁੰਚਾਉਣ ਦਾ ਵਸੀਲਾ ਬਣੇ, ਵਿਗਿਆਨਿਕ ਸੋਚ ਨੂੰ ਉਭਾਰਿਆ ਜਿਹੜੀ ਮਗਰੋਂ ਯੂਰੋਪੀਅਨ ਨਵ ਚੇਤਨਾ ਦਾ ਕਾਰਨ ਬਣੀ, ਜਮਹੂਰੀ ਅੰਦਾਜ਼ੇ ਹੁਕੂਮਤ ਨੂੰ ਹੁੰਗਾਰਾ ਦਿੱਤਾ, ਮਾਨਵੀ ਏਕਤਾ ਦੇ ਸੰਕਲਪ ਨੂੰ ਰੰਗ ਅਤੇ ਨਸਲ ਦੀ ਜਕੜਬੰਦੀਆਂ ਤੋਂ ਆਜ਼ਾਦ ਕੀਤਾ, ਧਨ ਕੁਬੇਰਾਂ ਨੂੰ ਦਾਨ ਦੇਣ ਲਈ ਮਜਬੂਰ ਕੀਤਾ, ਅਜਿਹੀ ਅਰਥ ਵਿਵਸਥਾ ਦਾ ਸੰਕਲਪ ਪ੍ਰਸਤੁਤ ਕੀਤਾ ਜਿਸ ਵਿੱਚ ਧਨ ਦਾ ਸੰਚਾਰ ਹਰ ਤਬਕੇ ਵਿੱਚ ਮੌਜੂਦ ਰਹੇ, ਧਨ ਕੇਵਲ ਚੰਦ ਲੋਕਾਂ ਕੋਲ ਜਮ੍ਹਾਂ ਹੋ ਕੇ ਨਾ ਰਹਿ ਜਾਵੇ। ਮਾਨਵ ਸੇਵਾ ਦਾ ਸੰਕਲਪ ਇਸ ਤੋਂ ਵੱਧ ਚੰਗਾ ਹੋਰ ਕੀ ਹੋ ਸਕਦਾ ਹੈ ਕਿ ਇਹ ਕਾਇਨਾਤ ਮਾਨਵ ਲਈ ਹੈ ਅਤੇ ਮਾਨਵ ਰੱਬ ਦੀ ਬੰਦਗੀ ਲਈ ਹੈ।
ਗੁਰਮਤਿ ਵਿਚਾਰਧਾਰਾ ਨੇ ਵੀ ਸੰਸਾਰ ਨੂੰ ਇਹੀ ਸੰਦੇਸ਼ ਦਿੱਤਾ ਹੈ ਕਿ ਮਾਨਸ ਕੀ ਜਾਤ ਸਭੇ ਏਕੇ ਪਹਿਚਾਣਬੋ। ਭਾਵ ਸਾਰੇ ਬੰਦੇ ਆਪਸ ਵਿੱਚ ਭਰਾ ਹਨ, ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇਸ ਵਿਚਾਰਧਾਰਾ ਨੇ ਗੁਰੂ ਦੀ ਗੋਲਕ ਨੂੰ ਗਰੀਬ ਦਾ ਮੂੰਹ ਦੱਸਿਆ ਹੈ, ਕੀਰਤ ਕਰਨ ਅਤੇ ਵੰਡ ਚੱਖਣ ਲਈ ਪ੍ਰੇਰਿਆ ਹੈ, ਮਾਲਦਾਰਾਂ ਨੂੰ ਦਸਵੰਧ ਦੇਣ ਲਈ ਪ੍ਰੇਰਣਾ ਦਿੱਤੀ ਹੈ, ਨਿਮਾਣੀਆਂ ਅਤੇ ਨਿਤਾਣੀਆਂ ਨੂੰ ਸੀਨੇ ਨਾਲ ਲਗਾਇਆ ਹੈ। ਇੰਜ ਜਾਪਦਾ ਹੈ ਕਿ ਇਸਲਾਮ ਅਤੇ ਗੁਰਮਤਿ ਇੱਕ ਹੀ ਸਿੱਕੇ ਦੇ ਦੋ ਰੂਪ ਹਨ। ਇੱਕ ਹਕੀਕਤ ਨੂੰ ਵੱਖ-ਵੱਖ ਅੰਦਾਜ਼ ਵਿੱਚ ਬਿਆਨ ਕੀਤਾ ਗਿਆ ਹੈ। ਅਸਲ ਵਿੱਚ ਹੱਕ ਸੱਚ ਨਾ ਕਦੇ ਬਦਲਿਆ ਹੈ ਅਤੇ ਨਾ ਕਦੀ ਬਦਲੇਗਾ, ਕੇਵਲ ਉਸ ਦਾ ਇਜ਼ਹਾਰ ਅਤੇ ਅੰਦਾਜ਼ੇ ਬਿਆਨ ਬਦਲ ਜਾਂਦਾ ਹੈ। ਬਹੁਤ ਬਹੁਤ ਸ਼ੁਕਰੀਆ।